ਆਪਾਂ ਬੜੀ ਸਾਨੂੰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਦੇਖੀਦਾ ਕੋਈ ਮੋਬਾਈਲ ਲੈ ਕੇ ਬੈਠਾ ਹੈ, ਉਹ ਖਾਵਾਂ ਖਾਂ ਦੇ ਮੈਸੇਜ ਪੜ੍ਹੀ ਜਾਏਗਾ, ਖਾਵਾਂ ਖਾਂ ਦੀਆਂ ਵੀਡੀਓ ਦੇਖੀ ਜਾਏਗਾ ਜਿਹਦਾ ਮਤਲਬ ਹੀ ਕੋਈ ਨਹੀਂ। ਅਸੀਂ ਮੋਬਾਈਲ ਨੂੰ ਵੀ ਸਿਰਫ ਉਨਾ ਕੁ ਕਰੀਦਾ ਹੈ ਕਿ ਜਿਹਦੇ ਨਾਲ ਕੋਈ ਗੱਲ ਕਰਨੀ ਹੋਵੇ ਜਾਂ ਕੋਈ ਜ਼ਰੂਰੀ ਹੋਵੇ। ਨਹੀਂ ਤਾਂ ਅਸੀਂ ਕਹਿੰਦੇ ਇਹ ਵੀ ਟਾਈਮ ਜਿਹੜਾ ਆਪਾਂ ਬਰਬਾਦ ਕਰ ਰਹੇ ਹਾਂ ਨਾ ਮੀਡੀਆ ਤੇ, ਉਹ ਇਹ ਵੀ ਟਾਈਮ ਆਪਣਾ ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਕੁਝ ਅੱਛਾ ਕਰਨ ਵਿੱਚ, ਬੈਸਟ ਬਣਾਉਣ ਵਿੱਚ ਲਾਈਏ। ਸਮਝਦੇ ਹੋ ਕਿ ਨਹੀਂ? ਕਿਉਂਕਿ ਜ਼ਿੰਦਗੀ ਦਾ ਇੱਕ ਇੱਕ ਪਲ ਬੜਾ, ਹਾਂ ਮੋਬਾਈਲ ਦੇ ਵਿੱਚ ਕੁਝ ਅੱਛਾ ਸੁਣੀਏ, ਕੁਝ ਅੱਛਾ ਦੇਖੀਏ ਜਿਹਦੇ ਨਾਲ ਸਾਨੂੰ ਕੋਈ ਗਿਆਨ ਮਿਲੇ, ਕੋਈ ਸਮਝ ਮਿਲੇ, ਕੋਈ ਪੋਜ਼ਿਟਿਵਿਟੀ ਮਿਲੇ ਤਾਂ ਚੰਗੀ ਗੱਲ ਹੈ। ਪਰ ਅਸੀਂ ਖਾਵਾਂ ਖਾਂਦੀਆਂ ਉਹ ਫਿਲਮਾਂ ਹੀ ਦੇਖੀ ਜਾਂਦੇ, ਇਹਦਾ ਮਤਲਬ ਹੀ ਕੋਈ ਨਹੀਂ। ਹੁਣ ਜ਼ਰਾ ਗੌਰ ਕਰਨਾ, ਹੁਣ ਫਰਜ਼ ਕਰੋ ਬੰਦਾ ਕਹਿੰਦਾ ਫਿਲਮ ਦੇਖ ਰਿਹਾ, ਇਹ ਫਿਲਮ 'ਚ ਦੇਖੋ ਹੀਰੋ ਕਿੱਦਾਂ ਮਜ਼ੇ ਲੈ ਰਿਹਾ ਹੈ, ਕਿੱਦਾਂ ਆਨੰਦ ਲੈ ਰਿਹਾ ਹੈ। ਇਹ ਕਹਿੰਦੇ ਉਹਨੂੰ ਆਨੰਦ ਲੈਂਦਾ ਦੇਖ ਕੇ ਕੀ ਤੁਹਾਨੂੰ ਆਨੰਦ ਆ ਜਾਏਗਾ? ਉਹ ਤੁਸੀਂ ਕਹੋ ਕਿ ਪਰਦੇ ਤੇ ਉਹਨੂੰ ਆਨੰਦ ਲੈਂਦਾ ਦੇਖਦੇ ਹੋ, ਉਹਨੂੰ ਦੇਖਣ ਦਾ ਕੀ? ਫਿਰ ਤਾਂ ਮੈਂ ਆਪਣੀ ਮਿਹਨਤ ਕਰਕੇ ਆਪਣੇ ਆਪ ਨੂੰ ਐਸਾ ਬਣਾਵਾਂ ਕਿ ਜੀਵਨ ਦਾ ਆਨੰਦ ਮੈਂ ਲੈ ਸਕਾਂ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਅਸੀਂ ਇੱਕ ਗੱਲ ਕਹੀ ਦੀ, ਇੱਥੇ ਵੀ ਕਹਿਣਾ ਚਾਹਾਂਗੇ ਕਿ ਅੱਜ ਬੰਦਾ ਕਹਿੰਦਾ ਹੈ ਕਿ ਹੀਰੋ ਨੂੰ ਦੇਖਣਾ ਹੈ, ਹੀਰੋ ਨੂੰ ਮਿਲਣਾ ਹੈ। ਉਹ ਕਹਿੰਦੇ ਹੀਰੋ ਨੂੰ ਦੇਖਣਾ, ਹੀਰੋ ਨੂੰ ਮਿਲਣਾ ਛੱਡੋ, ਖੁਦ ਕਰਮ ਐਸੇ ਕਰੋ ਕਿ ਦੂਜਿਆਂ ਦੀ ਨਜ਼ਰ 'ਚ ਤੁਸੀਂ ਹੀਰੋ ਬਣ ਜਾਵੋ। ਕਿਉਂਕਿ ਆਪਣੇ ਆਪ ਨੂੰ ਅੱਛਾਈ ਦੇ ਨਾਲ ਹੀਰੋ ਬਣਾਓ ਤਾਂ ਮਜ਼ਾ ਆਉਂਦਾ ਹੈ, ਔਰ ਦੂਜਿਆਂ ਨੂੰ ਕਰੀ ਜਾਈਏ ਫਿਰ ਕੀ ਫਾਇਦਾ? ਸਮਝ ਆ ਰਹੀ ਕਿ ਨਹੀਂ? ਇਸ ਲਈ ਜੀਵਨ ਦੇ ਇੱਕ ਇੱਕ ਪਲ ਦੀ ਅਹਿਮੀਅਤ ਸਮਝੋ। ਬੜਾ ਕੀਮਤੀ ਹੈ ਜੀਵਨ, ਬੜੀ ਕੀਮਤੀ ਹੈ ਜ਼ਿੰਦਗੀ। ਅੱਜ ਜਿਸ ਤਰ੍ਹਾਂ ਮਛੁਆਰਾ ਪਛਤਾ ਰਿਹਾ, ਇਸੇ ਤਰ੍ਹਾਂ ਬੰਦਾ ਵੀ ਕੀ ਕਰਦਾ ਹੈ? ਜਰਾ ਸੋਚ ਕੇ ਦੇਖੋ। ਇਹ ਹੀਰਾ ਜਨਮ ਪ੍ਰਮਾਤਮਾ ਨੇ ਸਾਨੂੰ ਦਿੱਤਾ ਕਿ ਜਾ ਬੇਟਾ ਮੈਂ ਆਪਣੀ ਰਹਿਮਤ ਦੇ ਦਰਵਾਜ਼ੇ ਤੇਰੇ ਵਾਸਤੇ ਖੋਲੇ ਆ, ਲਹਿਰਾ ਪਰਮਾਨੰਦ ਦਾ ਧਨ ਲੁੱਟ ਲੈ। ਪਰ ਬੰਦਾ ਕੀ ਕਰਦਾ ਹੈ? ਟਾਈਮ ਕਿੱਥੇ ਗਵਾਉਂਦਾ ਹੈ? ਆ ਭੋਜਨ ਬੜਾ ਸਵਾਦ ਹੈ, ਬਸ ਖਾਣਾ ਖਾਣ ਵਿੱਚ, ਨਹਾਉਣ ਵਿੱਚ, ਕੱਪੜੇ ਪਾਉਣ ਵਿੱਚ, ਕੱਪੜੇ ਦੀ ਖਰੀਦਦਾਰੀ ਵਿੱਚ, ਸੌਣ ਵਿੱਚ ਇਹ ਬੰਦੇ ਦਾ ਸਾਰਾ ਟਾਈਮ ਬੋਲੇ ਇੱਦਾਂ ਹੀ ਗੁਜ਼ਰਦਾ ਕਿ ਨਹੀਂ? ਸੱਚ ਦੱਸਿਓ ਜਰਾ, ਸੋਚ ਕੇ ਦੇਖੋ ਕਿ ਜ਼ਿੰਦਗੀ ਸਾਡੀ ਕਿੱਦਾਂ ਚੱਲਦੀ ਹੈ। ਸਵੇਰੇ ਉੱਠਦੇ ਆ, ਭੋਜਨ ਕਰਦੇ ਆ, ਕੰਮ ਤੇ ਚਲੇ ਜਾਂਦੇ ਆ, ਕੰਮ ਕਰਕੇ ਤਨਖਾਹ ਮਿਲਦੀ ਆ, ਆਹ ਨਵੀਂ ਚੀਜ਼ ਖਰੀਦ ਲਈ, ਉਹ ਖਰੀਦ ਲਈਏ, ਚਲੋ ਖਰੀਦਦਾਰੀ ਕਰ ਲਈ, ਕੱਪੜਾ ਖਰੀਦ ਲਿਆ, ਕਰ ਲਿਆ। ਸ਼ਾਮ ਨੂੰ ਆਉਂਦੇ, ਭੋਜਨ ਕਰਕੇ ਫਿਰ ਸੌ ਜਾਂਦੇ ਆ। ਅਗਰ ਦੇਖਿਆ ਜਾਵੇ ਤਾਂ ਚਾਰ ਕੁ ਚੀਜ਼ਾਂ ਦੇ ਲਾਗੇ ਹੀ ਬੰਦੇ ਦੀ ਸਾਰੀ ਜ਼ਿੰਦਗੀ ਘੁੰਮਦੀ ਰਹਿੰਦੀ ਹੈ, ਔਰ ਭੁੱਲ ਹੀ ਜਾਂਦਾ ਹੈ। ਔਰ ਫਿਰ ਟਾਈਮ ਆਉਂਦਾ ਹੈ ਕਿ ਬੰਦਾ ਬੇਹੋਸ਼ੀ 'ਚ ਪਿਆ ਹੁੰਦਾ ਤਾਂ ਮੌਤ ਕਹਿੰਦੀ ਉੱਠ ਬਈ ਤੇਰਾ ਟਾਈਮ ਸਮਾਪਤ ਹੋ ਗਿਆ, ਚੱਲ ਇਹ ਦੁਨੀਆ ਰੂਪੀ ਮਹਿਲ ਨੂੰ ਛੱਡਣ ਦਾ ਟਾਈਮ ਆ ਗਿਆ। ਤਾਂ ਫਿਰ ਬੰਦਾ ਪਛਤਾਉਂਦਾ ਕਿ ਐਡਾ ਬੜਾ ਮੌਕਾ ਮਿਲਿਆ ਸੀ, ਪਰ ਇਹ ਮੌਕਾ ਮੈਂ ਗਵਾ ਕੇ ਚੱਲਾ, ਕਿਉਂਕਿ ਹੀਰਾ ਜਨਮ ਮਿਲਿਆ ਸੀ ਪਰ ਪਾਇਆ ਮੈਂ ਕੁਝ ਵੀ ਨਹੀਂ, ਖਾਲੀ ਜਾ ਰਿਹਾ। ਸਮਝੋ ਜ਼ਰਾ ਇਸ ਚੀਜ਼ ਨੂੰ। ਇਸ ਲਈ ਕੁਝ ਐਸਾ ਜੀਵਨ 'ਚ ਸਿੱਖਣਾ ਹੈ, ਕੁਝ ਐਸਾ ਜੀਵਨ 'ਚ ਸਮਝਣਾ ਹੈ, ਕਿਉਂਕਿ ਪਰਮ ਆਨੰਦ, ਪਰਮ ਧਨ ਤੁਹਾਡੇ ਅੰਦਰ ਹੈ। ਪਰ ਉਹਦੇ ਵਾਸਤੇ ਮਿਹਨਤ ਕਰਕੇ ਉਹਨੂੰ ਜਗਾਉਣਾ ਪੈਂਦਾ, ਉਹ ਧਨ ਨੂੰ। ਉਹ ਪ੍ਰਕਾਸ਼, ਉਹ ਨੂਰ ਤੁਹਾਡੇ ਅੰਦਰ ਹੈ, ਉਹ ਪਰਮਾਨੰਦ ਤੁਹਾਡੇ ਅੰਦਰ ਹੈ। ਪਰ ਮਿਲਦਾ ਉਹਨਾਂ ਨੂੰ ਹੈ ਜਿਹੜੇ ਮਿਹਨਤ ਕਰਨ ਨੂੰ ਕਹਿ ਦਿਓ। ਤੋ ਕਦੋਂ ਮਿਹਨਤ ਕਰਾਂਗੇ? ਅਸੀਂ ਉਹਨਾਂ ਚੀਜ਼ਾਂ ਵਾਸਤੇ ਦਿਨ ਰਾਤ ਮਿਹਨਤ ਕਰਦੇ ਜੋ ਛੱਡ ਜਾਣੀਆਂ ਹੈ, ਤਾਂ ਉਹ ਚੀਜ਼ ਵਾਸਤੇ ਕਦੋਂ ਮਿਹਨਤ ਕਰਾਂਗੇ ਜਿਹਦੇ ਨਾਲ ਸਾਡੇ ਜੀਵਨ ਦੀ ਸੰਪੂਰਨਤਾ ਹੋਣੀ ਹੈ, ਸਾਡੇ ਜੀਵਨ 'ਚ ਖੁਸ਼ੀਆਂ ਆਉਣੀਆਂ ਹੈ, ਸਾਡੇ ਜੀਵਨ 'ਚ ਸਫਲਤਾ ਆਉਣੀ ਹੈ, ਸਾਡੇ ਜੀਵਨ 'ਚ ਜਦੋਂ ਆਨੰਦ ਆਉਣਾ ਹੈ, ਉਹਦੇ ਵਾਸਤੇ ਕਦੋਂ ਮਿਹਨਤ ਕਰਾਂਗੇ? ਇਸ ਲਈ ਇਹੀ ਟਾਈਮ ਹੁੰਦਾ ਹੈ ਕਿ ਜਦੋਂ ਕਿਸੇ ਦੀ ਮ੍ਰਿਤਿੂ ਨੂੰ ਦੇਖਦੇ ਹਾਂ ਤਾਂ ਇਹੀ ਟਾਈਮ ਹੁੰਦਾ ਹੈ ਸਮਝਣ ਦਾ ਕਿ ਉਹ ਚਲਾ ਗਿਆ, ਇੱਕ ਦਿਨ ਮੈਂ ਵੀ ਜਾਣਾ। ਇਸ ਤੋਂ ਪਹਿਲਾਂ ਕਿ ਮੈਂ ਜਾਵਾਂ, ਉਸ ਤੋਂ ਪਹਿਲਾਂ ਮੈਂ ਪਰਮਾਨੰਦ ਰੂਪੀ ਧਨ ਨੂੰ ਜੀਵਨ 'ਚ ਜੋੜ ਲਵਾਂ ਤਾਂ ਕਿ ਮੇਰਾ ਦੁਨੀਆ ਤੇ ਆਣਾ ਸਫਲ ਹੋ ਜਾਵੇ। ਸੋ ਇਹੀ ਫਰੀਦ ਸਾਬਰੀ ਕਹਿ ਰਹੇ ਹੈ ਕਿ ਕੋਈ ਭੁੱਲ ਗਿਆ ਮਕਸਦ ਆਵਣ ਦਾ ਤੇ ਕੋਈ ਕਰਕੇ ਮਕਸਦ ਹੱਲ ਚੱਲਿਆ। ਜਿੱਦਾਂ ਮਛੁਆਰਾ ਭੁੱਲ ਗਿਆ ਸੀ ਆਪਣਾ ਮਕਸਦ ਕਿ ਮੈਂ ਖਜ਼ਾਨਾ ਘਰ ਤੱਕ ਲੈ ਕੇ ਜਾਣ ਨੂੰ ਆਇਆ, ਮੈਂ ਖਾਣਾ ਖਾਣ, ਨਹਾਣ, ਸੌਣ ਨਹੀਂ ਆਇਆ ਮੈਂ। ਪਰ ਉਹ ਚੀਜ਼ਾਂ 'ਚ ਹੀ ਉਹਨੇ ਆਪਣਾ ਸਾਰਾ ਟਾਈਮ ਗਵਾ ਦਿੱਤਾ। ਤਾਂ ਜੇ ਪਹਿਲਾਂ ਮਕਸਦ ਪੂਰਾ ਕਰ ਲੈਂਦਾ ਤਾਂ ਫਿਰ ਖਾਣੇ ਦਾ ਸਵਾਦ ਵੀ ਲੈ ਲੈਣਾ ਸੀ, ਭੋਜਨ ਦਾ ਸਵਾਦ, ਕੱਪੜੇ ਦਾ ਸਵਾਦ, ਹਰ ਚੀਜ਼ ਦਾ ਸਵਾਦ ਉਹਨਾਂ ਲੈ ਲੈਣਾ ਸੀ, ਤਾਂ ਉਹਨੂੰ ਖੁਸ਼ੀ ਵੀ ਹੋਣੀ ਸੀ ਕਿ ਮੇਰਾ ਮਕਸਦ ਪੂਰਾ ਹੋ ਗਿਆ। ਇਸ ਲਈ ਇਹੀ ਗੱਲ ਤੁਸੀਂ ਵੀ ਸਮਝਣਾ ਕਿ ਜਦੋਂ ਮੌਤ ਆਵੇ ਫਿਰ ਪਛਤਾਣ ਨਾਲੋਂ ਚੰਗਾ ਨਾ ਅਸੀਂ ਪਹਿਲਾਂ ਹੀ ਇਹ ਤਿਆਰੀ ਕਰ ਲਈਏ। ਇਸ ਲਈ ਫਰੀਦ ਸਾਬਰੀ ਕਹਿੰਦੇ ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ, ਕੋਈ ਤੁਰਿਆ ਕੁਫਰ ਦੀਆਂ ਰਾਹਾਂ ਤੇ ਤਾਂ ਕੋਈ ਰੱਬ ਦੀ ਰਹਿਮਤ ਵੱਲ ਚੱਲਿਆ। ਇੱਕ ਇੱਕ ਲਾਈਨ ਸਮਝਣੀ ਹੈ। ਕਹਿੰਦੇ ਕਈ ਕੁਫਰ ਦੀਆਂ ਰਾਹਾਂ ਤੇ ਤੁਰੇ ਜਾ ਰਹੇ, ਕੁਫਰ ਯਾਨੀ ਪਾਪ, ਬੁਰਾਈ, ਜਿਹਦੇ 'ਚ ਜ਼ਿੰਦਗੀ ਦੀ ਬਰਬਾਦੀ ਹੈ। ਕੋਈ ਤੁਰਿਆ ਕੁਫਰ ਦੀਆਂ ਰਾਹਾਂ ਤੇ, ਕੋਈ ਰੱਬ ਦੀ ਰਹਿਮਤ ਵੱਲ ਚੱਲਿਆ। ਔਰ ਕਈ ਇੱਦਾਂ ਦੇ ਨੇਕ ਹੈ ਜਿਹੜੇ ਉਸ ਰਸਤੇ ਚੱਲਦੇ ਆ ਜਿਹੜਾ ਰਸਤਾ ਨੂੰ ਰੱਬ ਦੀਆਂ ਰਹਿਮਤਾਂ ਵੱਲ ਲੈ ਜਾਂਦਾ ਹੈ। ਹੁਣ ਥੋੜਾ ਚੈੱਕ ਕਰਨਾ ਤੁਸੀਂ ਵੀ ਕਿ ਸਾਨੂੰ ਜੇ ਸਾਡੇ ਰੱਬ ਨੇ ਜ਼ਿੰਦਗੀ ਦਿੱਤੀ ਤਾਂ ਅਸੀਂ ਕੁਫਰ ਦੇ ਰਸਤੇ ਜਾ ਰਹੇ ਹਾਂ, ਜੋ ਸਾਨੂੰ ਰੱਬ ਤੋਂ, ਉਹਦੀਆਂ ਰਹਿਮਤਾਂ ਤੋਂ ਦੂਰ ਕਰਨ ਵਾਲਾ ਮਾਰਗ ਹੈ, ਉੱਤੇ ਚੱਲ ਰਹੇ ਹਾਂ, ਜਾਂ ਫਿਰ ਅਸੀਂ ਉਹ ਰਸਤੇ ਚੱਲ ਰਹੇ ਹਾਂ ਜਿਹੜਾ ਸਾਨੂੰ ਰੱਬ ਦੀਆਂ ਰਹਿਮਤਾਂ ਦੇ ਨੇੜੇ ਲੈ ਜਾਵੇ, ਰੱਬ ਦੀਆਂ ਰਹਿਮਤਾਂ ਵੱਲ ਲੈ ਜਾਵੇ।
क्योंकि फरीद साहब का इशारा बड़ा प्यारा है, कहते कोई चलिया कुफर दियां राहां ते कोई रब दी रहमत वल चलिया। कोई मान करेंदा महलां दा, कोई मान करेंदा महलां दा ते कोई अपनी कबर नूं मल चलिया। कहते कोई महलां दा मान करांदा, मेरे को महल, मेरे को चवारे, मेरे को धन, मेरे को जमीन, तो कई देखो आ कबर नूं मल के बैठे है, यानी कबर दे अंदर लेटे हुए है। कोई मान करेंदा महलां दा ते कोई अपनी कबर नूं मल चलिया। ओ यार फरीदा इत्थे सबे मुसाफिर, कोई अज चलिया कोई कल चलिया। वो कहते फरीदा इत्थे सारे मुसाफिर है, इत्थे सारे ही। हुण अज ये परिवार दी माता गई है, जिद्दां कबीर साहब ने कहा है ना कि बारों बारी अपने चले प्यारे मीत, तेरी वारी जीड़ा नेड़े आवे। वो कहते ये ना सोच उही गए है, हुण तेरी वारी भी हौली हौली नेड़े आ रही, एक दिन तू भी जाना है। इनू तां कहते कि समझदार इंसान वो हुंदा है जिहड़ा संकेत देख के ही अपने जीवन नूं समझा लैंदा है। तां कई हुंदे आ उदों तक नहीं समझदे जद तक आप खाई च गिर ना जाण। इसलिए फरीद साहब भी यही दसदे है कि चेक कर, क्योंकि यार फरीदा इत्थे सबे मुसाफिर, ऐसी मुसाफिर है इत्थे। हुण इत्थे सारे मुसाफिर है, फर्क इन्ना ही है, किसी ने अज जाना है, कोई अज चला गया, किसी ने कल जाना, किसी ने परसों जाना, पर जाना एक दिन सब नहीं है। ये हुण तू चेक करना है कि तू मान करदा है महलां दा, हंकार करदा है दुनिया दा, या फिर तैनूं ये याद हुंदा है कि मैं एक दिन कबर च भी जाना है। ये तू चेक करना है कि मैं कुफर दे रास्ते, बुराइयां दे रास्ते जा रहा, या मैं अपनी रब दियां रहमतां दे मार्ग ते जा रहा, मैं वो कर्म कर रहा जिहड़ा मैनूं मेरे रब दे लागे कर देवे। एक बड़ी प्यारी इत्थे इब्राहिम अदम एक बादशाह होए, उन्होंने जीवन की बड़ी प्यारी घटना याद आ गई, फिर सत्संग नूं समाप्ति वाल लैके जावांगे क्योंकि समा काफ़ी हो गया कि इब्राहिम अदम एक बादशाह होए, कहते बुखारे दे बादशाह थी, बल्ख बुखारे दे बादशाह इब्राहिम अदम। एक दिन इब्राहिम अदम एक ना कब्रस्तान दे विच जाके बह गए। कित्थे बह गए जाके? कब्रस्तान दे, चारों पासे कबरां ही कबरां, उत्थे गर्मी का दिन, सिखर दोपहरा, धुप्पे ही बह गए, जाके बह के कबर नूं, कब्रस्तान नूं देखण लग गए। तो उन्होंने वजीर बड़ा हैरान होया, वो आया वजीर आके कहता बादशाह सलामत हजूर, इन्नी गर्मी और तुसी ये कब्रस्तान में धुप्पे आके बह गए। हजूर तुहाडा महल कितना ठंडा है, ठंडे महल के कमरे, जिदा हुण देखो गर्मी किन्नी, पर फिर भी ये लैंटर थल्ले बैठे, फिर भी पता लगता ना मौसम गर्म है। तो उत्थे तां सिखर दोपहरा, सिर ते छत भी कोई नहीं, और बादशाह कब्रस्तान च बह गया। वो वजीर ने कहा हजूर तुसी वो इन्ने ठंडे महलों नूं छड्ड के, जिथे दास दासियां तुहानूं पक्खा झल्लण नूं हर वेले तैयार है, ठंडियां छावां, ठंडे शरबत, वो तुसी वो महल नूं छड्ड के इत्थे कब्रस्तान च कित्थे बह गए? तुसी इन्नी गर्मी च क्यों बह गए इत्थे? जरा गौर करना, जदों वजीर ने कहा ना कि तुसी ठंडे महलों नूं छड्ड के ये कब्रस्तान विच इन्नी गर्मी च क्यों बह गए? तो बादशाह ने पूछया, कहंदे वजीर एक गल दस, आ जिहने ठंडे महलों की तू मैनू याद दिलांदा आ, आ जिहड़े ठंडे महलों की तू गल करदा है, जिन्हां दी तू याद मैनू दिलांदा आ, एक गल दस दे कि उन्हां ठंडे महलों नूं छड्ड के आना मैं कित्थे है? उन्हां ठंडे महलों नूं छड्ड के एक दिन मैं आना कित्थे है, ये दस पहला। हुण वजीर कहंदा महाराज आना तो इत्थे ही है, आना तो एक दिन सारिਆਂ ने ठंडे महलों नूं छड्ड के, ठंडे कमरिਆਂ नूं छड्ड के, हुण चाहे जिन्ने मर्जी एसी ला लो, चाहे जिन्नियां मर्जी कूलर ला लो, चाहे जिन्ना मर्जी बंदा कहे बर्फां दे विच बह जावे, जिथे बर्फ ही बर्फ पै रही है, पर जाना तो एक दिन अग विच ही है ना, गर्म जगह ही जाना है ना। वो कहंदे दस जिन्हां महलों की याद दिलांदा एक दिन छड्ड के आना कित्थे है? कहंदा महाराज आना तो इत्थे ही है कब्रस्तान विच। कहंदे बस फिर मैं इसीलिए इत्थे बह के कब्रस्तान नूं देख रहा हाँ, ताकि मैनू अपना रब भी याद रहे तो नेकी करना भी याद रहे। किते ये ना होवे कि बादशाही दे हंकार विच, ताजो तखत दे हंकार विच मैं नेकी करनी अपने रब नूं भुल जावां, किते मैं नेकी करनी ना भुल जावां, रब नूं ना भुल जावां, किते बादशाही दे गुमान विच, नशे विच मैं बुरा करना ना शुरू कर देवां। इसलिए मैं इत्थे बह के अपने मन नूं, अपने दिल नूं याद दिला रहा कि याद रखी, तख्त चाहे जिन्ना मर्जी बना, बेशक तू बल्ख बुखारे का बादशाह, पर आना एक दिन इत्थे है। इसलिए वो कर्म करी ਜਿਹੜੇ ਇੱਥੇ तेरे नाल जान। ਹੁਣ जरा सोच के देखिए कि ਅਸੀਂ ਉਹ कर्म करते हैं कि सानू लगे कि वाकई मैं वो कर्म करदा कि जे मैं मर भी गया तो मेरे को कर्म है जो मरन तो बाद मेरे
नाल जाणगे। कोई है ऐसा धन जोड़िया कि नहीं? हुण गुरबाणी च आंदा ना कि जहां मात पिता सूत मीत ना भाई, मेरे मन उहां नाम तेरे संग सहाई। कि जिथे माता पिता धीआं पुत्तर सज्जन मित्र किसी ने भी तेरा साथ नहीं देना, उत्थे एक ਉਹ तेरी बंदगी ने, तेरे सिमरन ने, तेरी भगती ने, क्योंकि गुरुआं दे वाक है। जरा हुण गौर करना कि जहां भयानक दूत जम दले मेरे मन उहां नाम तेरे। ਉਹ ਗੁਰੂ ਰਹਿਬਰ ਇਸ਼ਾਰਾ ਕਰਦੇ ਜਿੱਥੇ ਭਿਆਨਕ ਜਮਦੂਤਾਂ ਨੇ ਤੈਨੂੰ ਸਜ਼ਾਵਾਂ ਦੇਣੀ, ਉੱਥੇ ਨਾਮ ਨੇ ਤੇਰੀ ਰੱਖਿਆ ਕਰਨੀ ਹੈ। ਉਹ ਪ੍ਰਮਾਤਮਾ ਦੀ ਬੰਦਗੀ ਨੇ ਤੈਨੂੰ ਬਚਾਉਣਾ ਹੈ। ਇਸ ਲਈ ਸੋਚੋ ਕਿ ਕੱਲ ਨੂੰ ਜੇ ਮੈਂ ਚਿਤਾ ਤੇ ਲੇਟਣਾ ਹੈ ਜਾਂ ਕਬਰ 'ਚ ਜਾਣਾ ਹੈ ਤਾਂ ਇਦਾਂ ਦਾ ਕੀ ਹੈ ਮੇਰੇ ਕੋਲ ਕਿ ਮੈਂ ਵੀ ਕਹਿ ਸਕਾਂ ਕਿ ਇਹ ਚੀਜ਼ ਮੇਰੇ ਨਾਲ ਜਾਏਗੀ, ਮੇਰੀ ਰੱਖਿਆ ਕਰੇਗੀ। ਸੋਚ ਕੇ ਦੇਖੋ ਜ਼ਰਾ, ਕਿਉਂਕਿ ਇਬਰਾਹੀਮ ਐਡੇ ਵੱਡੇ ਬਾਦਸ਼ਾਹ ਉਹ ਵੀ ਇਹੀ ਗੱਲ ਕਹਿ ਰਹੇ ਹੈ ਕਿ ਕਿਤੇ ਮਹਿਲਾਂ ਦੇ ਹੰਕਾਰ ਵਿੱਚ, ਤਾਜੋ ਤਖਤ ਦੇ ਹੰਕਾਰ ਵਿੱਚ, ਇਹਦੇ ਨਸ਼ੇ ਵਿੱਚ ਕਿਤੇ ਮੈਂ ਬੁਰਾਈ ਕਰਨੀ ਨਾ ਸ਼ੁਰੂ ਕਰ ਦੇਵਾਂ, ਨੇਕੀ ਕਰਨਾ ਨਾ ਭੁੱਲ ਜਾਵਾਂ, ਆਪਣੇ ਰੱਬ ਨੂੰ ਨਾ ਭੁੱਲ ਜਾਵਾਂ। ਇਸ ਲਈ ਮੈਂ ਇੱਥੇ ਬਹਿ ਕੇ ਯਾਦ ਦਿਲਾ ਰਿਹਾ ਆਪਣੇ ਆਪ ਨੂੰ ਕਿ ਚਾਹੇ ਮੈਂ ਬਲਖ ਬੁਖਾਰੇ ਦਾ ਬਾਦਸ਼ਾਹ, ਪਰ ਆਉਣਾ ਇੱਕ ਦਿਨ ਮੈਂ ਇੱਥੇ ਹੀ ਹੈ। ਇਸ ਲਈ ਕਰਮ ਉਹ ਕਰੀ ਜਿਹੜੇ ਇੱਥੇ ਤੈਨੂੰ ਬਚਾਉਣ, ਤੇਰੇ ਨਾਲ ਜਾਣ ਰੱਬ ਦੇ ਘਰ 'ਚ। ਇਸ ਲਈ ਫਿਰ ਕਵਾਂਗੇ ਇੱਦਾਂ ਦੇ ਰੱਬ ਦੇ ਪਿਆਰਿਆਂ ਦੀ ਜ਼ਿੰਦਗੀ 'ਚੋਂ ਸਿੱਖਿਆ ਮਿਲਦੀ ਹੈ ਕਿ ਅਸੀਂ ਵੀ ਉਹ ਕਰਮ ਕਰਨੇ ਯਾਦ ਰੱਖੀਏ ਕਿ ਕਦੀ ਵੀ ਆਪਣੀਆਂ ਕੋਠੀਆਂ ਦੇਖ ਕੇ, ਆਪਣਾ ਬੈਂਕ ਬੈਲੈਂਸ ਦੇਖ ਕੇ, ਆਪਣੀਆਂ ਗੱਡੀਆਂ ਦੇਖ ਕੇ ਜਾਂ ਆਪਣੀਆਂ ਪਦਵੀਆਂ ਦੇਖ ਕੇ ਮਾਣ ਨਾ ਕਰੀਏ, ਹੰਕਾਰ ਨਾ ਕਰੀਏ ਕਿ ਮੈਂ ਹੀ ਮੈਂ, ਹੋਰ ਤਾਂ ਕੋਈ ਹੈ ਹੀ ਨਹੀਂ। ਕਦੀ ਮਾਣ ਨਾ ਕਰੀਏ। ਯਾਦ ਰੱਖੀਏ ਕਿ ਚਾਹੇ ਕਹਿੰਦੇ ਨਾ ਕਿ ਕਿੱਥੇ ਗਏ ਸੁਲਤਾਨ ਸਿਕੰਦਰ, ਉਹ ਮੌਤ ਨਾ ਦੇਖੇ ਪੀਰ ਪੈਗੰਬਰ। ਕਿ ਵੱਡੇ ਵੱਡੇ ਸੁਲਤਾਨ ਸਿਕੰਦਰ ਵੀ ਚਲੇ ਗਏ, ਦੇਖੇ ਮੌਤ ਨੇ ਕਿ ਭਾਈ ਇਹ ਸਿਕੰਦਰ ਇਹਨੂੰ ਨਹੀਂ ਲਿਆਣਾ, ਜੇ ਪੀਰ ਪੈਗੰਬਰ ਇਹਨੂੰ ਛੱਡ ਜਾਵਾਂ। ਕਹਿੰਦੇ ਨਹੀਂ, ਮੌਤ ਜਿੱਦਾਂ ਕਹਿੰਦੇ ਨਾ ਮੂਸਾ ਦੇ ਜੀਵਨ ਦੀ ਬੜੀ ਪਿਆਰੀ ਗੱਲ ਹੈ ਕਿ ਮੂਸਾ ਨੱਠਾ ਮੌਤ ਤੋਂ, ਢੂੰਡੇ ਕੋਈ ਗਲੀ, ਉਹ ਚਾਰੋਂ ਕੁੰਡਾ ਭਾਲੀਆਂ ਅੱਗੇ ਮੌਤ ਖੜੀ। ਕਹਿੰਦੇ ਮੂਸਾ ਪੈਗੰਬਰ ਸੀ ਖੁਦਾ ਦੇ, ਤਾਂ ਉਸ ਵੇਲੇ ਖੁਦਾ ਨੂੰ ਕਿਹਾ ਮੂਸਾ ਨੇ, ਕਿਹਾ ਖੁਦਾ ਕਿ ਕੀ ਇੱਕ ਦਿਨ ਸਾਰਿਆਂ ਨੇ ਮਰਨਾ ਹੈ? ਖੁਦਾ ਕਹਿੰਦਾ ਹਾਂ, ਜੋ ਵੀ ਦੁਨੀਆ ਤੇ ਮਰਨਾ ਸਭ ਨਹੀਂ ਹੈ। ਕਹਿੰਦਾ ਜੀ ਮੈਂ ਵੀ ਮਰਨਾ ਹੈ? ਖੁਦਾ ਕਹਿੰਦਾ ਹਾਂ ਤੂੰ ਵੀ ਮਰਨਾ ਹੈ। ਤਾਂ ਉਸ ਲਈ ਮੂਸਾ ਨੇ ਕਿਹਾ ਕੋਈ ਐਸੀ ਜਗ੍ਹਾ ਹੈ ਜਿੱਥੇ ਮੌਤ ਨਾ ਹੋਵੇ? ਤਾਂ ਖੁਦਾ ਨੇ ਕਿਹਾ ਤੂੰ ਮੇਰਾ ਪੈਗੰਬਰ ਆ, ਜਾਂ ਮੈਂ ਤੈਨੂੰ ਸ਼ਕਤੀ ਦਿੱਤੀ, ਤੂੰ ਜਿੱਥੇ ਅੱਖ ਬੰਦ ਕਰਕੇ ਸੋਚੇਗਾ ਉੱਥੇ ਪਹੁੰਚ ਜਾਏਗਾ, ਫਿਰ ਦੇਖ ਲੈ ਜਾ ਕੇ ਕਿ ਮੌਤ ਹੈ ਜਾਂ ਨਹੀਂ। ਕਹਿੰਦੇ ਮੂਸਾ ਨੇ ਅੱਖਾਂ ਬੰਦ ਕੀਤੀਆਂ ਔਰ ਸੋਚਿਆ ਕਿ ਮੈਂ ਆਕਾਸ਼ ਵਿੱਚ ਪਹੁੰਚ ਜਾਵਾਂ। ਆਕਾਸ਼ ਤੇ ਜਾ ਕੇ ਅੱਖਾਂ ਖੋਲੀਆਂ, ਮੌਤ ਉੱਥੇ ਸਾਹਮਣੇ ਖੜੀ ਦਿਸ ਗਈ। ਮੌਤ ਦਾ ਫਰਿਸ਼ਤਾ ਇਜ਼ਰਾਈਲ ਉੱਥੇ ਦਿਸ ਗਿਆ। ਫਿਰ ਅੱਖਾਂ ਬੰਦ ਕੀਤੀਆਂ, ਪਾਣੀ ਦੀ ਗਹਿਰਾਈ ਚਲਾ ਜਾਵਾਂ, ਉੱਥੇ ਗਿਆ। ਅੱਖਾਂ ਖੋਲਣ ਦੀ ਦੇਰ ਸੀ, ਮੌਤ ਉੱਥੇ ਵੀ ਖੜੀ। ਕਹਿੰਦੇ ਪਤਾਲ ਵਿੱਚ ਵੀ ਮੌਤ, ਜਿੱਥੇ ਵੀ ਮੂਸਾ ਗਏ ਹਰ ਜਗ੍ਹਾ ਮੌਤ ਪਹਿਲੇ ਹੀ ਪਾਈ। ਤਾਂ ਮੌਤ ਕਹਿੰਦੀ ਮੂਸਾ ਨੱਠਣ ਦੀ ਲੋੜ ਨਹੀਂ, ਕਿਉਂਕਿ ਮੈਂ ਹੀ ਤਾਂ ਇੱਕ ਐਸੀ ਹਾਂ ਕਿ ਇੱਕ ਖੁਦਾ ਹਰ ਜਗ੍ਹਾ ਤੇ ਇੱਕ ਮੌਤ ਹਰ ਜਗ੍ਹਾ ਹੀ ਹੈ। ਜ਼ਰਾ ਹੁਣ ਗੌਰ ਕਰਨਾ। ਉਹ ਕਹਿੰਦਾ ਮੂਸਾ ਕਹਿੰਦਾ ਕੋਈ ਹੈ ਐਸਾ ਮੁਕਾਮ ਹੈ ਖੁਦਾ? ਤਾਂ ਖੁਦਾ ਨੇ ਕਿ ਇੱਕੋ ਹੀ ਮੁਕਾਮ ਹੈ ਐਸਾ। ਔਰ ਉਹ ਕਿਹੜਾ ਮੁਕਾਮ? ਉਹ ਕਹਿੰਦੇ ਕਾਬਾ ਉਹ ਕਨੈਨ, ਜਿੱਥੇ ਖੁਦਾ ਦਾ ਘਰ ਹੈ, ਜਿਹਨੂੰ ਕਹਿੰਦੇ ਨਾ ਸੱਚਖੰਡ। ਕਹਿੰਦੇ ਜਿਹੜਾ ਉੱਥੇ ਪਹੁੰਚ ਗਿਆ ਫਿਰ ਉਹਦੇ ਵਾਸਤੇ ਮੌਤ ਹੈ ਹੀ ਨਹੀਂ। ਯਾਨੀ ਇਹ ਤਾਂ ਮਤਲਬ ਉਹਦਾ ਸਰੀਰ ਮਰਦਾ ਪਰ ਉਹ ਆਪ ਫਿਰ ਆਨੰਦ ਲੈਂਦਾ ਉੱਥੇ ਪਹੁੰਚ ਕੇ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨੇ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਸੋ ਇਹ ਅੰਦਰਲੀਆਂ ਮੰਜ਼ਲਾਂ ਹੁੰਦੀਆਂ ਹੈ ਕਿ ਮੌਤ ਤੋਂ ਕੋਈ ਬਚ ਨਹੀਂ ਪਾਉਂਦਾ, ਪਰ ਅਸੀਂ ਉਹਦੀ ਤਿਆਰੀ ਕਰ ਸਕਦੇ ਹਾਂ, ਅੱਛਾਈ ਕਰਕੇ, ਨੇਕੀ ਕਰਕੇ ਆਪਣੇ ਆਪ ਨੂੰ ਅਸੀਂ ਐਸਾ ਬਣਾ ਸਕਦੇ ਹਾਂ। ਇੱਥੇ ਫਿਰ ਕਹਾਂਗੇ ਕਿ ਵਿਵੇਕਾਨੰਦ ਜੀ ਦੀ ਜ਼ਿੰਦਗੀ 40 ਸਾਲ ਦੀ ਸੀ, ਪਰ 40 ਸਾਲ 'ਚ ਉਹ ਐਸਾ ਕੁਛ ਕਰ ਗਏ ਜਿੰਨਾ ਉਹਨਾਂ ਦਾ ਆਪਣਾ ਵੀ ਉਹਨਾਂ ਨੇ ਜੀਵਨ ਦਾ ਆਨੰਦ ਲਿਆ, ਉਸ ਆਨੰਦ ਨੂੰ ਜਾਣਿਆ ਤਾਂ ਦੂਜਿਆਂ ਦੇ ਜੀਵਨ 'ਚ ਵੀ ਆਨੰਦ ਭਰ ਦਿੱਤਾ। ਜੀਸਸ ਕ੍ਰਾਈਸਟ ਦੀ ਉਮਰ 33 ਸਾਲ ਸੀ, ਪਰ ਉਹ ਐਸਾ ਕੁਛ ਕਰ ਗਏ ਕਿ ਦੁਨੀਆ ਅੱਜ ਵੀ ਉਹਨਾਂ ਨੂੰ ਯਾਦ ਕਰਦੀ ਹੈ। ਤਾਂ ਬੰਦਾ ਸੋਚੇ ਕਿ ਕੀ ਕਰਨਾ 100 ਸਾਲ ਦੀ ਲੰਬੀ ਆਯੂ ਨੂੰ, ਜੇ ਕਰਮ ਹੀ ਐਸੇ ਨਾ ਹੋਣ। ਜਿੱਦਾਂ ਕਹਿੰਦੇ ਨਾ ਜੀਵਨ ਥੋੜਾ ਹੀ ਭਲਾ ਜੋ ਸਤ ਸਿਮਰਨ ਹੋਏ, लाख बरस का जीवन लेखे धरे ना कोई। लखा साल की आयु भी की करनी जे कुछ अच्छा ही ना कर पाए, किसी का भला ही ना कर पाए। इसलिए नेकी करो, अच्छाई करो और कदी मान ना करो अपनी जमीना जायदादा का, बल्कि जे मालिक ने जिंदगी दी तो सब नाल रल के प्यार करदे वैसी जिंदगी नूं गुजारना है। कहते ने एक होर सानू बड़ी प्यारी गल याद आ गई हजरत उमर के जीवन की। एक दिन हजरत उमर खड़े सी ते एक आदमी आया अपने ऊँट नूं खिच के लियांदा होया। तो हजरत उमर कहते की गल इन्हूं इदां क्यों खिच रहा? कहता महाराज ये बड़ा अकड़ू है। अकड़ू का मतलब होंदा जिन्हों कहते ना बड़ा परेशान करता है। इत्ते बैठदा तो लत्तां चकदा अपनियां, यानी लत्तां बाहां मारदा, बैठण नहीं दिंदा, सवारी भी नहीं करन दिंदा। सो ये बड़ा परेशान करता है। तो जिस वेले इन्नी गल कही तो हजरत उमर कहते इधर लिया।
ਉਹ ਨਕੇਲ ਫੜ ਕੇ ਨਾ ਖਿੱਚੀ ਲਗਾਮ, ਊਂਠ ਦਾ ਮੂੰਹ ਕੋਲ ਆਇਆ ਤਾਂ ਹਜ਼ਰਤ ਉਮਰ ਨੇ ਉਹਦੇ ਕੰਨ 'ਚ ਕੋਈ ਗੱਲ ਕਹੀ। ਜਦੋਂ ਕੰਨ 'ਚ ਗੱਲ ਕਹੀ ਤਾਂ ਊਂਠ ਸ਼ਾਂਤ ਹੋ ਕੇ ਖੜਾ ਹੋ ਗਿਆ। ਕਹਿੰਦੇ ਲੈ ਜਾ, ਅੱਜ ਤੋਂ ਬਾਅਦ ਤੈਨੂੰ ਪਰੇਸ਼ਾਨ ਨਹੀਂ ਕਰਦਾ। ਕਹਿੰਦੇ ਊਂਠ ਹੁਣ ਜਦੋਂ ਲੈ ਕੇ ਗਿਆ ਤਾਂ ਬੜਾ ਹੈਰਾਨ, ਹੁਣ ਤਾਂ ਬਹਿੰਦਾ ਤਾਂ ਊਂਠ ਸ਼ਾਂਤੀ ਨਾਲ ਤੁਰਿਆ ਹੈ, ਖਾਣਾ ਖਾਂਦਾ ਤਾਂ ਸ਼ਾਂਤੀ ਨਾਲ ਖਾ ਲੈਂਦਾ, ਯਾਨੀ ਹੁਣ ਤਾਂ ਬੜਾ ਸ਼ਾਂਤ ਹੋ ਗਿਆ ਊਂਠ। ਮਹੀਨਾ ਡੇਢ ਮਹੀਨਾ ਗੁਜ਼ਰਿਆ ਤੇ ਇੱਕ ਦਿਨ ਹਜ਼ਰਤ ਉਮਰ ਨਾਲ ਦੁਬਾਰਾ ਮੁਲਾਕਾਤ ਹੋਈ। ਹਜ਼ਰਤ ਉਮਰ ਨੂੰ ਦੇਖ ਕੇ ਦੌੜ ਕੇ ਆਇਆ, ਕਹਿੰਦਾ ਹਜ਼ਰਤ, ਜਦੋਂ ਸਲਾਮ ਬੁਲਾਈ ਉਮਰ ਨੇ ਪੁੱਛਿਆ ਹੁਣ ਊਂਠ ਦਾ ਕਿੱਦਾਂ? ਕਹਿੰਦਾ ਮਾਰੇ ਬੜਾ ਸ਼ਾਂਤ ਹੋ ਗਿਆ ਕਿ ਮੈਂ ਹੈਰਾਨ ਹਾਂ, ਤੁਸੀਂ ਉਹਦੇ ਕੰਨ 'ਚ ਕਿਹਾ ਕੀ ਸੀ? ਤੁਸੀਂ ਉਹਦੇ ਕੰਨ 'ਚ ਆਖਰ ਕਿਹਾ ਕੀ ਕਿ ਊਂਠ ਇੰਨਾ ਸ਼ਾਂਤ ਹੋ ਗਿਆ? ਤਾਂ ਹਜ਼ਰਤ ਉਮਰ ਕਹਿੰਦੇ ਰਾਜ ਦੀ ਗੱਲ ਹੈ। ਉਹ ਕਹਿੰਦਾ ਮਹਾਰਾਜ ਰਾਜ ਮੈਨੂੰ ਵੀ ਦੱਸ ਦਿਓ, ਕਿਹੜੀ ਗੱਲ ਉਹਦੇ ਕੰਨ 'ਚ ਕਹਿ ਦਿੱਤੀ, ਕਿਹੜਾ ਮੰਤਰ ਮਾਰਿਆ ਕਿ ਉਹ ਸ਼ਾਂਤ ਹੋ ਗਿਆ? ਤਾਂ ਹਜ਼ਰਤ ਉਮਰ ਕਹਿੰਦੇ ਅਸੀਂ ਉਹਦੇ ਕੰਨ 'ਚ ਕੋਈ ਗੱਲ ਕਹੀ, ਓਏ ਆਪਣੇ ਮਾਲਿਕ ਨੂੰ ਪਰੇਸ਼ਾਨ ਕਿਉਂ ਕਰਦਾ ਹੈ, ਕਿਉਂ ਇੰਨਾ ਆਕੜਦਾ ਹੈ, ਕਿਉਂ ਇੰਨਾ ਜਿੱਦ ਕਰਦਾ ਆ ਕਿ ਤੈਨੂੰ ਆਪਣੀ ਮੌਤ ਭੁੱਲ ਗਈ ਕਿ ਇੱਕ ਦਿਨ ਮਰਨਾ ਵੀ ਹੈ ਤੂੰ। ਔਰ ਜਿਹਨੂੰ ਆਪਣੀ ਮੌਤ ਯਾਦ ਹੁੰਦੀ ਹੈ ਨਾ, ਉਹ ਇਦਾਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੇ। ਯਾਦ ਰੱਖ ਇੱਕ ਦਿਨ ਤੂੰ ਮਰਨਾ ਹੈ, ਮਿੱਟੀ ਜਾਣਾ ਹੈ। ਤਾਂ ਇੰਨੀ ਗੱਲ ਸੁਣ ਕੇ ਇੱਕ ਊਂਠ ਸ਼ਾਂਤ ਹੋ ਗਿਆ, ਕਿਉਂਕਿ ਫਕੀਰਾਂ ਦੀ ਗੱਲ ਜਾਨਵਰ ਵੀ ਸਮਝ ਲੈਂਦੇ ਆ। ਜਿਹੜੇ ਰੱਬ ਦੇ ਪਿਆਰੇ ਹੁੰਦੇ ਨਾ, ਉਹਨਾਂ ਦੀ ਆਵਾਜ਼ 'ਚ ਤਸੀਰ ਹੁੰਦੀ, ਜਾਨਵਰ ਵੀ ਸਮਝ ਲੈਂਦੇ ਆ। ਉਸ ਦਿਨ ਤੋਂ ਊਂਠ ਸ਼ਾਂਤ ਹੋ ਗਿਆ। ਕਿਉਂ ਸ਼ਾਂਤ ਹੋ ਗਿਆ? ਕਿਉਂਕਿ ਹਜ਼ਰਤ ਉਮਰ ਨੇ ਕਿਹਾ ਕਿ ਓਏ ਆਪਣੀ ਮੌਤ ਭੁੱਲ ਗਿਆ, ਇੱਕ ਦਿਨ ਮਰਨਾ ਵੀ, ਆਪਣੇ ਮਾਲਿਕ ਨੂੰ ਕਿਉਂ ਪਰੇਸ਼ਾਨ ਕਰਦਾ? ਇੰਨੀ ਜੇ ਤਾਂ ਇੰਨੀ ਆਕੜ ਕਾਹਦੀ ਰੱਖਦਾ, ਆਕੜੂ ਕਿਉਂ ਹੈ? ਇੱਕ ਦਿਨ ਤੂੰ ਮਰ ਕੇ ਮਿੱਟੀ 'ਚ ਵੀ ਜਾਣਾ ਹੈ। ਹੁਣ ਊਂਠ ਨੂੰ ਤਾਂ ਸਮਝ ਆ ਗਿਆ, ਇਨਸਾਨ ਕਦੋਂ ਸਮਝੇਗਾ ਕਿ ਮੈਂ ਕਿਉਂ ਕਿਸੇ ਨੂੰ ਪਰੇਸ਼ਾਨ ਕਰਦਾ, ਮੈਂ ਕਿਉਂ ਕਿਸੇ ਨਾਲ ਝਗੜੇ ਕਰਦਾ, ਮੈਂ ਕਿਉਂ ਕਿਸੇ ਨੂੰ ਗਾਲੀਆਂ ਦਿੰਦਾ, ਮੈਂ ਕਿਉਂ ਕਿਸੇ ਨਾਲ ਤਕਲੀਫ ਦਿੰਦਾ ਆ, ਮੈਂ ਕਿਉਂ ਕਿਸੇ ਵਾਸਤੇ ਬਦਦੁਆ ਕਰਦਾ, ਮੈਂ ਕਿਉਂ ਕਿਸੇ ਦਾ ਬੁਰਾ ਕਰਦਾ, ਬੁਰਾ ਸੋਚਦਾ ਆ? ਉਹ ਇੱਕ ਦਿਨ ਮੈਂ ਵੀ ਤਾਂ ਮਰਨਾ ਹੈ, ਮੈਂ ਵੀ ਤਾਂ ਮਿੱਟੀ 'ਚ ਜਾਣਾ, ਇਸ ਲਈ ਮੈਂ ਵੀ ਜਿੰਨਾ ਹੋ ਸਕੇ ਅੱਛਾ ਕਰ ਲਵਾਂ। ਸਾਨੂੰ ਵੀ ਅਗਰ ਇਹ ਗੱਲ ਸਮਝ ਆ ਜਾਵੇ ਤਾਂ ਅਸੀਂ ਕਹਾਂਗੇ ਦੁਨੀਆ ਹੀ ਸਵਰਗ ਬਣ ਜਾਏਗੀ। ਫਿਰ ਉਹ ਸਵਰਗ ਤਾਂ ਕਿਸੇ ਦੇਖਿਆ ਨਹੀਂ ਆ, ਦੁਨੀਆ ਨੂੰ ਅਸੀਂ ਸਵਰਗ ਜ਼ਰੂਰ ਆਪਣੀ ਅੱਛੀ ਕਰਨੀ ਨਾਲ ਬਣਾ ਸਕਦੇ ਹਾਂ। ਇਸ ਲਈ ਜ਼ਿੰਦਗੀ ਐਸੀ ਜੀਓ, ਜੀਵਨ ਐਸਾ ਜੀਓ ਕਿ ਜਿੰਨੇ ਵੀ ਸਾਡੇ ਜੀਵਨ ਦੇ ਸਵਾਸ ਹੈ, ਜਿੰਨੇ ਵੀ ਸਾਡੇ ਜੀਵਨ ਦੇ ਪਲ ਹੈ ਨਾ, ਅਸੀਂ ਖੁਦ ਨੂੰ ਵੀ ਬੈਸਟ ਬਣਾਈਏ ਤਾਂ ਦੂਜਿਆਂ ਨੂੰ ਬੈਸਟ ਬਣਨ ਵਿੱਚ ਮਦਦ ਕਰੀਏ। ਖੁਦ ਵੀ ਅੱਛੇ ਬਣੀਏ ਤਾਂ ਸੰਸਾਰ ਨੂੰ ਵੀ ਅੱਛਾ ਬਣਾਉਣ ਵਿੱਚ ਆਪਣਾ ਜਿੰਨਾ ਯੋਗਦਾਨ ਦੇ ਸਕੀਏ ਉਹ ਯੋਗਦਾਨ ਦਈਏ। ਫਿਰ ਰੱਬ भी सिफतां करेगा तो संसार भी तुहाडियां सिफतां करेगा। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।